22 ਰੁਪਏ ਵਾਲਾ 4 ਗੁਣਾ ਰੇਟ ਘਟਾਦੇ ਆ। ਜੇ ਕਿਤੇ ਨਾ ਮਿਲਦਾ ਹੋਵੇ ਤਾਂ ਮੈਨੂੰ ਆ ਕੇ ਫੜ ਲੈ। ਰੇਤਾ ਫ੍ਰੀ ਕਰਨ ਦੀ ਗੱਲ ਜ਼ਰੂਰ ਕੀਤੀ ਹੈ, ਪਰ ਰੇਤਾ ਅੱਜ ਵੀ 3400 ਨਹੀਂ ਮਿਲਦਾ। ਕਈ ਮੈਨੂੰ ਕਹਿੰਦੇ ਜੀ ਐਲਾਨ ਹੁੰਦੇ ਲਾਗੂ ਨਹੀਂ ਹੁੰਦਾ। ਨਾ ਕਰੋ, ਕਾਂਗਰਸ ਨੂੰ ਦੁਨੀਆ 'ਚ ਕੋਈ ਨਹੀਂ ਹਰਾ ਸਕਦਾ ਜੇ ਕਾਂਗਰਸ ਆਪਦੇ ਆਪ ਨੂੰ ਨਾ ਹਰਾਵੇ। ਜੇ ਕਾਂਗਰਸ ਆਪਦੇ ਆਪ ਨੂੰ ਨਾ ਹਰਾਵੇ, लीडर हरा सकता कागे। चंपा के 10 फूल, चमेली की एक कली, मूरख की रात सारी रात, चन्नी की एक घड़ी, चन्नी की एक घड़ी ठोको ताड़ी। ਤਾਂ ਲਗਾਤਾਰ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਪਰ ਯਕੀਨ ਕਿਸ ਤੇ ਕੀਤਾ ਜਾਵੇ ਤੇ ਕਿਉਂ ਕੀਤਾ ਜਾਵੇ ਜਦੋਂ ਇੱਕ ਦੂਸਰੇ ਦੀਆਂ ਪੋਲਾਂ ਵੀ ਖੋਲ ਰਹੇ ਨੇ ਤੇ ਲੋਕਾਂ ਨੂੰ ਵੀ ਇਹ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਲੀਡਰ ਸਾਹਮਣੇ ਆ ਕੇ ਸਰਿਆਮ ਝੂਠ ਬੋਲ ਜਾਂਦੇ। इस बार घर के अंदर महिलाएं तय करेंगी कि वोट किसको देना है। शक्ति पावर ਦਾ ਸ਼ੇਅਰ ਮੰਗਦੀ ਹੈ ਜਿਹੜਾ ਅਸੀਂ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਦੇਣਾ। 2022 ਦੇ ਇਲੈਕਸ਼ਨ ਤੇ ਸਰਕਾਰਾਂ ਦਾ ਇਹ ਸੋਚਣਾ ਕਿ ਇਸ ਵਾਰ ਕਿਹੜੇ ਵਿਅਕਤੀ ਨੂੰ ਕਿਸ ਤਰ੍ਹਾਂ ਦੇ ਨਾਲ ਨਿਭਾਇਆ ਜਾਵੇ ਤਾਂ ਔਰਤਾਂ ਨੂੰ ਲੈ ਕੇ ਇੱਕ ਵੱਡਾ ਪੱਤਾ ਕੱਢਿਆ ਗਿਆ ਕਾਂਗਰਸ ਦੇ ਵੱਲੋਂ ਯੂਪੀ ਦੇ ਵਿੱਚ ਜਦੋਂ ਪ੍ਰਿਯੰਕਾ ਗਾਂਧੀ ਦੇ ਵੱਲੋਂ ਐਲਾਨ ਕੀਤਾ ਗਿਆ। ਪਰ ਬਾਕੀ ਰਾਜਾਂ ਦੇ ਵਿੱਚ ਕੀ ਕੀਤਾ ਜਾਵੇ ਇਸ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਐਲਾਨ ਕੀਤਾ ਗਿਆ ਕਿ ਮੈਂ ਔਰਤਾਂ ਦੇ ਲਈ ਸਭ ਕੁਝ ਦਵਾਂਗਾ। 1000 ਰੁਪਇਆ ਹਰ ਮਹੀਨੇ ਔਰਤਾਂ ਦੇ ਖਾਤੇ ਦੇ ਵਿੱਚ ਆਣਗੇ ਤੇ ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਤਾਂ ਆਉਂਦੀ ਹੀ ਹੈ ਔਰਤਾਂ ਦੇ ਖਾਤੇ ਦੇ ਵਿੱਚ। ਪਰ ਸੀਐਮ ਚੰਨੀ ਨੂੰ ਜਦੋਂ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਵੀ ਜ਼ਿਆਦਾ ਦੇਰ ਨਹੀਂ ਕੀਤੀ ਅਤੇ ਕਿਹਾ ਕਿ ਔਰਤਾਂ ਵੀ ਡਿਸਾਈਡ ਕਰਨਗੀਆਂ ਕਿ ਕਿਹੜੀ ਪਾਰਟੀ ਨੂੰ ਇਸ ਵਾਰ ਵੋਟ ਦੇਣੀ ਹੈ। ਜਿਹੜੀਆਂ ਔਰਤਾਂ ਘਰ ਚਲਾ ਸਕਦੀਆਂ ਨੇ ਉਹ ਦੇਸ਼ ਵੀ ਚਲਾ ਸਕਦੀਆਂ ਨੇ। ਇਹ ਤਾਂ ਹੋਗੀ ਰਾਜਨੀਤਿਕ ਪਾਰਟੀਆਂ ਦੀ ਗੱਲ, ਪਰ ਅਸਲ ਦੇ ਵਿੱਚ ਔਰਤਾਂ ਕਿੱਥੇ ਖੜੀਆਂ ਨੇ? ਨਾ ਤਾਂ ਔਰਤਾਂ ਸੁਰੱਖਿਅਤ ਨੇ, ਨਾ ਹੀ ਔਰਤਾਂ ਦੇ ਕੋਲ ਕੰਮ ਹੈ। ਕੀ ਸਿਰਫ ਪੈਸੇ ਦੇਣ ਦੇ ਨਾਲ ਮਸਲੇ ਹੱਲ ਹੋ ਜਾਣਗੇ ਜਾਂ ਫਿਰ ਔਰਤਾਂ ਨੂੰ ਅਜਿਹਾ ਕੁਝ ਕੀਤਾ ਜਾਵੇ ਕਿ ਉਹਨਾਂ ਨੂੰ ਕੰਮ ਵੀ ਮਿਲੇ ਤੇ ਸੁਰੱਖਿਆ ਵੀ ਮਿਲੇ? ਸੁਰੱਖਿਆ ਸਭ ਤੋਂ ਜ਼ਰੂਰੀ ਹੈ, ਪਰ ਫਿਰ ਵੀ ਬਲਾਤਕਾਰ ਅਤੇ ਛੇੜਛਾੜ ਦੀਆਂ ਘਟਨਾਵਾਂ ਨਹੀਂ ਹੋ ਰਹੀਆਂ। ਇਸ ਤੋਂ ਵੱਧ ਕੇ ਜੇਕਰ ਆਪਾਂ ਇੱਕ ਕਦਮ ਹੋਰ ਇਸ ਸਮੇਂ ਦੀ ਹੀ ਗੱਲ ਕਰ ਲਈਏ ਜਿਵੇਂ ਸੀਐਮ ਚੰਨੀ ਦੇ ਘਰ ਦੇ ਬਾਹਰ ਔਰਤਾਂ ਜਾਂਦੀਆਂ ਨੇ ਤੇ ਕਹਿੰਦੀਆਂ ਨੇ ਦੇਖੋ ਚੰਨੀ ਦੀ ਸਰਕਾਰ ਧੀਆਂ ਭੈਣਾਂ ਦੁਲੜ ਬਾਜ਼ਾਰ ਤੇ ਉਹੀ ਈਟੀਟੀ ਅਧਿਆਪਕਾਂ ਨੇ ਜਾਂ ਫਿਰ ਕੱਚੇ ਮੁਲਾਜ਼ਮ ਨੇ ਜਿਹੜੇ ਕਿ ਸਰਕਾਰ ਨੂੰ ਗੁਹਾਰ ਲਗਾ ਰਹੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ। ਮਾਸਟਰ ਸਟ੍ਰੋਕ ਖੇਡਿਆ ਗਿਆ। ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਕਿ ਅਧਿਆਪਕਾਂ ਨੂੰ ਮਨਚਾਹੀ ਜਗ੍ਹਾ ਤੇ ਨੌਕਰੀ ਮਿਲੇਗੀ। ਇਸ ਤੋਂ ਇਲਾਵਾ ਵਿਦੇਸ਼ ਦੇ ਵਿੱਚ ਜਾ ਕੇ ਉਹ ਪ੍ਰੈਕਟਿਸ ਕਰ ਸਕਣਗੇ, ਭੇਜਿਆ ਜਾਵੇਗਾ ਉਹਨਾਂ ਨੂੰ। ਹਰ ਇੱਕ ਸਕੂਲ ਦੇ ਵਿੱਚ ਟੀਚਰ ਹੋਣਗੇ। ਕੱਚੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਉਹ ਸਾਰੀਆਂ ਮੁਸੀਬਤਾਂ ਜਿਨ੍ਹਾਂ ਨੂੰ ਲੈ ਕੇ ਅਧਿਆਪਕ ਟੈਂਕੀਆਂ ਤੇ ਚੜੇ ਹੋਏ ਨੇ ਉਹ ਸਾਰੇ ਮੁੱਦੇ ਕੇਜਰੀਵਾਲ ਦੇ ਵੱਲੋਂ ਅੱਜ ਚੱਕ ਲਏ ਗਏ ਤੇ ਇੱਕ ਕਦਮ ਅੱਗੇ ਦਿਖਦੇ ਨਜ਼ਰ ਆਏ ਉਹ ਸੀਐਮ ਚੰਨੀ ਦੇ ਨਾਲੋਂ। ਇਸ ਕਰਕੇ ਇੱਕ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਮਿਲੀ। ਬਿਜਲੀ, ਪਾਣੀ ਦੇ ਬਿੱਲ, ਪਾਣੀ ਦੀਆਂ ਟੈਂਕੀਆਂ ਦੇ ਬਿੱਲ ਮਾਫ ਕੀਤੇ। ਤੇ ਫਿਰ ਉਹ ਮੁੱਦਾ ਕਿਹਨੇ ਖੋਇਆ? ਚਰਨਜੀਤ ਚੰਨੀ ਨੇ ਫ੍ਰੀ ਬਿਜਲੀ ਦਿੱਤੀ ਹੈ, ਠੋਕੋ ਤਾੜੀ ਟਿਕਾ ਕੇ ਦਿੱਤੀ कि नहीं ਦਿੱਤੀ? मैंने कहा हम बिजली फ्री करेंगे, 2 दिन बाद कहता है बिजली फ्री कर दी। यहां इतनी महिलाएं बैठी है, जिस जिसकी बिजली का बिल 0 आया है हाथ खड़े कर दो। किसी का बिजली का बिल 0 आया? ਤਾਂ ਨਵਜੋਤ ਸਿੰਘ ਸਿੱਧੂ ਦੇ ਇਸ ਝੂਠ ਨੂੰ ਕਹਿ ਸਕਦੇ ਹਾਂ ਫੜਿਆ ਕਿ ਬਿਜਲੀ ਫ੍ਰੀ ਨਹੀਂ ਮਿਲ ਰਹੀ, ਫੜਿਆ ਗਿਆ ਕੇਜਰੀਵਾਲ ਦੇ ਵੱਲੋਂ। ਖਿੱਚ ਤੋਂ ਇਸ ਤਰ੍ਹਾਂ ਚੱਲ ਰਹੀ ਹੈ ਵੋਟਾਂ ਤੋਂ ਪਹਿਲਾਂ ਕਿ ਹਰ ਇੱਕ ਪਾਰਟੀ ਦੂਸਰੀ ਪਾਰਟੀ ਦੀਆਂ ਨਾ ਸਿਰਫ ਪੋਲਾਂ ਖੋਲ ਰਹੀ ਹੈ ਸਗੋਂ ਲੋਕਾਂ ਤੋਂ ਕਹਾ ਰਹੀ ਹੈ ਕਿ ਦੱਸੋ ਇਹ ਗੱਲ ਕਿੰਨੀ ਸੱਚ ਹੈ। ਕੇਜਰੀਵਾਲ ਦੇ ਵੱਲੋਂ ਜਦੋਂ ਪੁੱਛਿਆ ਗਿਆ ਸਾਹਮਣੇ ਬੈਠੀ ਭੀੜ ਦੇ ਕੋਲੋਂ ਕਿ ਕੀ ਕਿਸੇ ਨੂੰ ਵੀ ਬਿਜਲੀ ਮੁਫਤ ਮਿਲੀ ਹੈ, ਪੱਤਰਕਾਰਾਂ ਨੂੰ ਪੁੱਛਿਆ ਗਿਆ ਕਿ ਕੀ ਕਿਸੇ ਕੋਲ ਵੀ ਅੱਜ ਤੱਕ ਮੁਫਤ ਬਿਜਲੀ ਆਈ, 0 ਰੁਪਇਆ ਕਿਸੇ ਕੋਲ ਪਹੁੰਚਿਆ ਹੋਵੇ, 0 ਰੁਪਇਆ ਲਿਖਿਆ ਹੋਵੇ ਬਿਜਲੀ ਦੇ ਬਿੱਲ ਤੇ, ਕੀ ਇਸ ਤਰ੍ਹਾਂ ਦੇ ਨਾਲ ਹੋਇਆ? ਜਵਾਬ ਸੀ ਨਹੀਂ। ਔਰਤਾਂ ਦੇ ਵੱਲੋਂ, ਬੀਬੀਆਂ ਦੇ ਵੱਲੋਂ ਹੱਥਾਂ ਦੇ ਨਾਲ ਇਸ਼ਾਰੇ ਕਰਕੇ ਵੀ ਦੱਸਿਆ ਗਿਆ ਕਿ ਨਹੀਂ ਸਾਨੂੰ ਨਹੀਂ ਮਿਲੀ ਹੈ ਬਿਜਲੀ ਮੁਫਤ। बिजली का बिल 0 करना किसी को नहीं आता, केवल केजरीवाल आपके बिजली के बिल 0 कर सकता है। अभी उनका लुधियाना में भाषण चल रहा था, मैं और भगवंत देख रहे थे उसको। वहां कहता है कि पंजाब में हमने 400 यूनिट बिजली फ्री कर दी। मैं पूरे पंजाब के लोगों से जानना चाहता हूं, अगर पूरे पंजाब में एक भी आदमी का 0 बिजली का बिल आया हो। ਪਰ ਸੀਐਮ ਚੰਨੀ ਦੇ ਨਾਲ ਨਹੀਂ ਲੱਗਦਾ ਕਿ ਕਿਸੇ ਹੋਰ ਨੂੰ ਲੜਾਈ ਕਰਨ ਦੀ ਲੋੜ ਹੈ ਕਿਉਂਕਿ ਇੱਕੋ ਸਟੇਜ ਦੇ ਉੱਪਰ ਜਦੋਂ ਸੀਐਮ ਚੰਨੀ ਕਹਿੰਦੇ ਨੇ ਕਿ ਅਸੀਂ ਰੇਤਾ ਫ੍ਰੀ ਦੇ ਰਹੇ ਹਾਂ, ਉਸੇ ਸਟੇਜ ਤੇ ਉਸੇ ਹੀ ਸਮੇਂ ਦੇ ਵਿੱਚ ਨਵਜੋਤ ਸਿੱਧੂ ਕਹਿ ਦਿੰਦੇ ਨੇ ਕਿ ਰੇਤਾ ਤਾਂ ਫ੍ਰੀ ਨਹੀਂ ਮਿਲ ਰਿਹਾ, ਹਾਂ ਬਿਜਲੀ ਜ਼ਰੂਰ ਮਿਲ ਰਹੀ ਹੈ, ਠੋਕੋ ਤਾਲੀ ਬਿਜਲੀ ਅਸੀਂ ਫ੍ਰੀ ਦਿੱਤੀ ਹੈ। ਸੁਣੋ ਇਹ 22 ਰੁਪਏ ਵਿਕ ਰਿਹਾ ਸੀ
ਦਰਿਆ ਤੇ ਮੈਨੂੰ ਕਹਿੰਦੇ ਜੀ ਤੂੰ ਕਰ ਨਹੀਂ ਸਕਦਾ ਇਹ ਕੰਮ ਨੂੰ, ਇਹਦੇ ਵਿੱਚ ਬੜੇ ਬੰਦੇ ਇਨਵੋਲਵ ਹੈ। 5.5 ਰੁਪਇਆ ਰੇਟ ਦਰਿਆ ਪਰ ਮਿਲ ਰਿਹਾ, ਹੁਣ 22 ਰੁਪਏ ਵਾਲਾ 4 ਗੁਣਾ ਰੇਟ ਘਟਾਤੇ ਹੈ। ਜੇ ਕਿਤੇ ਨਾ ਮਿਲਦਾ ਹੋਵੇ ਤਾਂ ਮੈਨੂੰ ਆ ਕੇ ਫੜ ਲੈ। ਰੇਤਾ ਫ੍ਰੀ ਕਰਨ ਦੀ ਗੱਲ ਜ਼ਰੂਰ ਕੀਤੀ ਹੈ, ਪਰ ਰੇਤਾ ਅੱਜ ਵੀ 3400 ਨੂੰ ਹੀ ਮਿਲਦਾ। ਨਵਜੋਤ ਸਿੰਘ ਸਿੱਧੂ ਨੇ ਇੱਕ ਬਹੁਤ ਹੀ ਵੱਡੀ ਅਤੇ ਵਧੀਆ ਗੱਲ ਇਸ ਦੌਰਾਨ ਸਟੇਜ ਤੇ ਖੜੇ ਹੋ ਕੇ ਇਹ ਕਹੀ ਕਿ ਕਾਂਗਰਸ ਪਾਰਟੀ ਨੂੰ ਕੋਈ ਨਹੀਂ ਹਰਾ ਸਕਦਾ ਸਿਵਾਏ ਕਿ ਕਾਂਗਰਸ ਖੁਦ ਆਪਣੇ ਆਪ ਨੂੰ ਹਰਾ ਸਕਦੀ ਹੈ ਤੇ ਇਸ ਦੇ ਲੀਡਰ ਇਸ ਨੂੰ ਹਰਾ ਸਕਦੇ ਨੇ। ਆਖਿਰਕਾਰ ਉਹ ਕੋਈ ਐਲਾਨ ਜਾਂ ਫਿਰ ਲੁਕਵੇਂ ਛਿਪਵੇਂ ਗੱਲ ਕਰ ਰਹੇ ਸਨ ਜਾਂ ਫਿਰ ਕਿਸੇ ਨੂੰ ਦਿਖਾ ਰਹੇ ਸਨ ਕਿ ਕੌਣ ਕਾਂਗਰਸ ਨੂੰ ਹਰਾ ਸਕਦਾ ਹੈ। ਵੱਢ ਟੁੱਕ ਨਾ ਕਰੋ, ਇੱਕ ਦੂਜੇ ਨੂੰ ਨੀਵਾਂ ਨਾ ਕਰੋ। ਕਾਂਗਰਸ ਨੂੰ ਦੁਨੀਆ 'ਚ ਕੋਈ ਨਹੀਂ ਹਰਾ ਸਕਦਾ ਜੇ ਕਾਂਗਰਸ ਆਪਦੇ ਆਪ ਨੂੰ ਨਾ ਹਰਾਵੇ। ਜੇ ਕਾਂਗਰਸ ਆਪਦੇ ਆਪ ਨੂੰ ਨਾ ਹਰਾਵੇ, ਲੀਡਰ ਹਰਾ ਸਕਦਾ ਕਾਂਗਰਸ ਨੂੰ, ਪਰ ਕਾਰਜਕਰਤਾ ਵਰਕਰ ਕਦੇ ਨਹੀਂ ਹਰਾਉਂਦਾ। ਵੋਟਾਂ ਦੇ ਆਉਣ ਦੇ ਨਾਲ ਇੱਕ ਕਹਾਣੀ ਜ਼ਰੂਰ ਯਾਦ ਆ ਜਾਂਦੀ ਹੈ। ਇੱਕ ਵਾਰ ਜਦੋਂ ਇੱਕ ਸ਼ੇਰ ਸੰਬੋਧਨ ਕਰ ਰਿਹਾ ਸੀ ਆਪਣੇ ਸਾਹਮਣੇ ਬੈਠੀਆਂ ਭੇਡਾਂ ਨੂੰ, ਤਾਂ ਕਿਹਾ ਗਿਆ ਸ਼ੇਰ ਦੇ ਵੱਲੋਂ ਕਿ ਮੈਂ ਸਭ ਨੂੰ ਉੱਨ ਦੀਆਂ ਜੈਕਟਾਂ, ਕੋਟੀਆਂ ਅਤੇ ਸ਼ੋਲ ਵੰਡ ਦੇਵਾਂਗਾ। ਸਾਹਮਣੇ ਬੈਠੀਆਂ ਭੇਡਾਂ ਦੇ ਵਿੱਚੋਂ ਇੱਕ ਮੇਮਨੇ ਨੇ ਆਪਣੀ ਭੇਡ ਮਾਂ ਨੂੰ ਪੁੱਛਿਆ ਕਿ ਇਹ ਕਿਵੇਂ ਹੋ ਸਕਦਾ ਹੈ। ਉਸ ਦੀ ਭੇਡ ਮਾਂ ਨੇ ਕਿਹਾ ਕਿ ਆਖਿਰਕਾਰ ਵਸੂਲਣਾ ਤਾਂ ਸਾਡੇ ਤੋਂ ਹੀ ਹੈ, ਕਿਉਂ ਨਾ ਇੱਥੋਂ ਭੱਜ ਨਿਕਲੀਏ। ਇਹ ਕਹਾਣੀ 2022 ਦੀਆਂ ਚੋਣਾਂ ਤੇ ਬਿਲਕੁਲ ਟੁਕਦੀ ਹੈ। ਲੋਕਾਂ ਦੇ ਸਾਹਮਣੇ ਬੈਠ ਕੇ ਲੋਕਾਂ ਨੂੰ ਹੀ ਕੁਝ ਵਾਅਦੇ ਕੀਤੇ ਜਾਂਦੇ ਨੇ, ਵੱਡੇ ਵੱਡੇ ਐਲਾਨ ਕੀਤੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਆਖਿਰਕਾਰ ਇਹ ਬੋਝ ਆਖਿਰਕਾਰ ਚੱਲਣਾ ਕਿਹਨੇ ਹੈ, ਕਿਸ ਤੇ ਪੈਣਾ ਹੈ ਸਾਰਾ ਬੋਝ? ਲੋਕਾਂ ਤੇ। ਪਰ ਕੇਜਰੀਵਾਲ ਦਾ ਕਹਿਣਾ ਸੀ ਕਿ ਅਜਿਹਾ ਕੁਝ ਨਹੀਂ ਹੈ ਕਿ ਬੋਝ ਲੋਕਾਂ ਤੇ ਪਵੇਗਾ। ਉਹਨਾਂ ਦਾ ਕਹਿਣਾ ਸੀ ਜੇਕਰ ਮਾਫੀਆ ਖਤਮ ਹੋ ਜਾਵੇ, ਉਹ ਮਾਫੀਆ ਜੋ ਕਿ ਸੀਐਮ ਚੰਨੀ ਦੇ ਸੱਜੇ ਤੇ ਖੱਬੇ ਬੈਠਿਆ ਹੋਇਆ ਹੈ, ਤਾਂ ਫਿਰ ਖਜ਼ਾਨਾ ਭਰਿਆ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਦੱਸਿਆ ਕਿ ਖਜ਼ਾਨਾ ਕਿਵੇਂ ਭਰਿਆ ਜਾ ਸਕਦਾ ਹੈ। ਉਹਨਾਂ ਦਾ ਕਹਿਣਾ ਸੀ ਇਹ ਖਜ਼ਾਨਾ ਇੱਕ ਤਰੀਕੇ ਦੇ ਨਾਲ, ਸਿਸਟਮ ਦੇ ਨਾਲ ਭਰਿਆ ਜਾਵੇਗਾ ਤੇ ਇਹ ਸਿਸਟਮ ਉਹਨਾਂ ਨੇ ਚੰਨੀ ਬਾਈ ਦੇ ਨਾਲ ਮਿਲ ਕੇ ਬਣਾ ਵੀ ਲਿਆ ਹੈ। ਲੇਕਿਨ ਇਹ ਜਿਹਾ ਸਿਸਟਮ ਬਣਾਉ, ਆ ਬਿੱਟੂ ਨਾਲ ਬੈਠ ਕੇ, ਆਸ਼ੂ ਨਾਲ ਬੈਠ ਕੇ, ਇੱਥੇ ਪਤਵੰਤੇ ਲੋਕਾਂ ਨਾਲ ਬੈਠ ਕੇ ਬਈ ਨੀਵਾਂ ਕਰ ਦਿਓ, ਸਿੱਧੂ ਨੂੰ ਜ਼ਮੀਨੇ ਪਾ ਦਿਓ, ਅਸਤੀਫੇ ਦਊ, ਲੇਕਿਨ ਰੇਤਾ ਪੰਜਾਬ ਦੇ ਵਿੱਚ 1000 ਤੋਂ ਉੱਤੇ ਵਿਕਣ ਨਹੀਂ ਦਊ। ਐਸਾ ਸਿਸਟਮ ਲਿਆਉਂਗਾ ਚੰਨੀ ਬਾਈ ਨਾਲ ਬੈਠ ਕੇ ਕਿ 25 ਤੋਂ 30,000 ਕਰੋੜ ਰੁਪਇਆ ਹਰ ਸਾਲ ਪੰਜਾਬ ਦੇ ਖਜ਼ਾਨੇ ਦੇ ਵਿੱਚ ਡਿੱਗੂਗਾ। ਲਿਖ ਲਓ ਮੇਰੀ ਗੱਲ ਟਿਕਾ ਕੇ। ਮੈਂ ਤੁਹਾਨੂੰ चन्नी साहब के खब्बे पास से ट्रांसपोर्ट माफिया बैठा होता है, सज्जे पास से रेता माफिया बैठा होता है। ये 2 माफिया खत्म कर दिए तो पैसा ही पैसा आ जाएगा, पैसे की चिंता मत करो। मैं ਅੱਜ ਇਸ ਪੰਡਾਲ ਦੇ ਵਿੱਚ ਇੱਕ ਐਲਾਨ ਕਰ ਰਿਹਾ, ਸਰਕਾਰ ਅੱਜ ਹੀ ਬਣ ਜਾਣੀ ਹੈ। ਨਹੀਂ, ਇਹ 3400 ਵਾਲੀ ਟਰਾਲੀ ਮੁੱਕੂ, ਨਹੀਂ ਤੇ ਸਿੱਧੂ ਨਹੀਂ ਆਉਣਾ, ਮੁੱਕੂ। ਤੇ ਨਵਜੋਤ ਸਿੰਘ ਸਿੱਧੂ ਸਟੇਜ ਤੇ ਹੋਣ ਤੇ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਨਾ ਕਰਨ ਇਹ ਹੋ ਨਹੀਂ ਸਕਦਾ। ਪਤਾ ਨਹੀਂ ਕਿਉਂ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਛੱਡ ਰਹੇ। ਕੈਪਟਨ ਅਮਰਿੰਦਰ ਸਿੰਘ ਵੀ ਹੁਣ ਸੋਚਦੇ ਹੋਣਗੇ ਕਿ ਨਾ ਮੈਂ 3 ਚਾਹਨਾ 13 ਚਾਹਨਾ ਟੀਮ ਚਾਹਨਾ ਪਲੇਅਰ ਚਾਹ, ਫਿਰ ਵੀ ਮੇਰਾ ਨਾਮ ਹਰ ਵਾਰ ਨਵਜੋਤ ਸਿੱਧੂ ਸਟੇਜ ਤੇ ਚੜ੍ਹ ਕੇ ਆਖਿਰਕਾਰ ਕਿਉਂ ਲੈ ਲੈਂਦੇ ਨੇ। ਇਸ ਵਾਰ ਉਹਨਾਂ ਨੂੰ ਰਬੜ ਦਾ ਗੁੱਡਾ ਕਿਹਾ ਗਿਆ ਤੇ ਦੱਸਿਆ ਗਿਆ ਕਿ ਕਿਵੇਂ ਬੀਜੇਪੀ ਪਾਰਟੀ ਉਹਨਾਂ ਨੂੰ ਆਪਣੇ ਇਸ਼ਾਰਿਆਂ ਤੇ ਆਪਣੀ ਮਨਮਰਜ਼ੀ ਦੇ ਨਾਲ ਨਚਾ ਰਹੀ ਸੀ, ਕਮਾ ਰਹੀ ਸੀ। ਪਹਿਲਾਂ ਮੁੱਖ ਮੰਤਰੀ ਸੀ, ਉਹ ਰਬੜ ਦੇ ਗੁੱਡੇ ਬਣ ਕੇ ਨੱਚੇ, ਮੋਦੀ ਦੇ ਹੱਥਾਂ 'ਚ ਨੱਚੇ, ਟਰੱਸਾਂ ਕਰਕੇ ਨੱਚੇ, ਬਾਹਾਂ ਮਰੋੜ ਕੇ ਨਚਾਏ। ਬੋਲੋ नचाए कि नहीं नचाए? तो उस नकली केजरीवाल से बच के रहना। आम आदमी पार्टी की पंजाब में सरकार बनेगी, पंजाब की हर महिला को, 18 साल से ऊपर की हर महिला को हर महीने 1000 रुपए उसके अकाउंट में हम डलवाया करेंगे। पिताजी के पास पैसे नहीं है, कॉलेज नहीं जा सकती, अब वो कॉलेज जा सकती हैं। जब उनको 1000 रुपए मिलेंगे वो कॉलेज जा सकते हैं। शर्म आती है, पिताजी पता नहीं देंगे नहीं देंगे। अब उसको पिताजी के पास जाने की जरूरत नहीं, वो मार्केट जाके सूट खरीद के ला सकती है। अब माँ उसको 1000 रुपए दिया करेगी, कहेगी मेरे बेटे ने भिजवाए हैं 1000 रुपए तेरे लिए। टीवी में देखता हूं आजकल पंजाब में एक नकली केजरीवाल घूम रहा है। मैं जो भी पंजाब में आके वादा करके जाता हूं वो 2 दिन बाद वही बोल देता है, करता नहीं है, करता नहीं है, नकली है। बिजली का बिल 0 एक ही आदमी कर सकता है, केजरीवाल, और किसी को करना नहीं आता।
बिजली का बिल जीरो करना किसी को नहीं आता, केवल केजरीवाल आपके बिजली के बिल जीरो कर सकता है। तो उस नकली केजरीवाल से बच के रहना।